ਹਾਂਜੀ ਸਟੂਡੈਂਟਸ, ਜਿਵੇਂ ਕਿ ਤੁਸੀਂ ਜਾਣਦੇ ਹੋ ਇੰਗਲਿਸ਼ ਇਲੈਕਟਿਵ ਦੇ +1 ਕਲਾਸ ਦਾ ਅਸੀਂ ਪੰਜਵਾਂ ਐਸੇ ਗੁਰੂ ਗੋਬਿੰਦ ਸਿੰਘ ਸ਼ੁਰੂ ਕੀਤਾ ਹੋਇਆ ਹੈ। ਅਸੀਂ ਆਲਰੇਡੀ ਇਸ ਦਾ ਇੱਕ ਪਾਰਟ 1 ਕਰ ਚੁੱਕੇ, ਉਸ ਦੇ ਵਿੱਚ ਅਸੀਂ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕਵਰ ਕੀਤਾ ਸੀ। ਬਾਕੀ ਵਾਲਾ ਚੈਪਟਰ ਅਸੀਂ ਅੱਜ ਪਾਰਟ 2 ਵਾਲੇ ਵੀਡੀਓ ਦੇ ਵਿੱਚ ਕਵਰ ਕਰਾਂਗੇ। ਤਾਂ ਸਟੂਡੈਂਟਸ, ਪਾਰਟ 1 ਵਾਲੇ ਵੀਡੀਓ ਦੇ ਵਿੱਚ ਮੈਂ ਪਹਿਲੇ ਦੋ ਪੇਜ ਨੰਬਰ 46 ਅਤੇ 47 ਇਹ ਦੋ ਪੇਜ ਮੈਂ ਤੁਹਾਨੂੰ ਆਪਣੇ ਪਾਰਟ 1 ਵਾਲੇ ਵੀਡੀਓ ਦੇ ਵਿੱਚ ਕਵਰ ਕਰਵਾ ਚੁੱਕਿਆ ਹਾਂ। ਅੱਜ ਆਪਾਂ ਇਸ ਤੋਂ ਅੱਗੇ ਵਾਲੇ ਚੈਪਟਰ ਨੂੰ ਕੰਟੀਨਿਊ ਕਰਾਂਗੇ। ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਇੰਗਲਿਸ਼ ਇਲੈਕਟਿਵ ਕਲਾਸ 1 ਦੇ ਪਹਿਲੇ 4 ਐਸੇ ਦਾ ਯੰਗ ਅਕਬਰ, ਦਾ ਸਟੋਰੀ ਆਫ ਸ਼੍ਰੀ ਰਾਮਾਜ਼ ਐਗਜ਼ਾਈਲ, ਦਾ ਡਿਸਕਵਰੀ ਆਫ ਪੈਨਿਸਿਲਿਨ ਅਤੇ ਦਾ ਸਟੋਰੀ ਆਫ ਮਾਈਕਲ, ਇਹ ਸਾਰੇ ਚੈਪਟਰਸ, ਇਹਨਾਂ ਦੀ ਐਕਸਪਲੇਨੇਸ਼ਨ, ਇਹਨਾਂ ਦੇ ਕੁਐਸਚਨ ਆਨਸਰਸ, ਇਹਨਾਂ ਸਭ ਦੇ ਵੀਡੀਓਜ਼ ਬਣਾ ਕੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਉਮੀਦ ਹੈ ਕਿ ਤੁਸੀਂ ਇਹ ਸਾਰੇ ਵੀਡੀਓਜ਼ ਦੇਖੇ ਹੋਣਗੇ। ਜੇਕਰ ਇਹਨਾਂ ਵਿੱਚੋਂ ਕੋਈ ਵੀ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਤੁਹਾਨੂੰ ਉੱਪਰ ਪ੍ਰੋਵਾਈਡ ਕਰ ਰਿਹਾ ਹਾਂ, ਉਸ ਉੱਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਹਾਂਜੀ, ਦਾ ਵਿਸਾਖੀ ਡੇ ਆਫ 1699 saw a large gathering of the Sikhs at Anandpur Sahib from all parts of the country। 1699 ਨੂੰ ਜਿਹੜਾ ਵਿਸਾਖੀ ਦਾ ਦਿਨ ਹੋਇਆ, ਉਦੋਂ ਇੱਕ ਬਹੁਤ ਵੱਡਾ ਇਕੱਠ ਹੋਇਆ ਨਾ। ਗੈਦਰਿੰਗ ਦਾ ਮਤਲਬ ਹੁੰਦਾ ਜੀ ਇਕੱਠ। ਸਿੱਖਾਂ ਦਾ ਇਕੱਠ ਹੋਇਆ ਕਿੱਥੇ? ਅਨੰਦਪੁਰ ਸਾਹਿਬ 'ਚ, ਦੇਸ਼ ਦੇ ਸਾਰੇ ਹਿੱਸਿਆਂ 'ਚ। The Guru rose early as usual and sat in contemplation of God। ਤਾਂ ਗੁਰੂ ਗੋਬਿੰਦ ਸਿੰਘ ਜੀ ਜਲਦੀ ਉੱਠ ਗਏ ਉਸ ਦਿਨ, ਜਿਵੇਂ ਉਹ ਅਕਸਰ ਉੱਠਦੇ ਸੀ। ਯੂਜ਼ੁਅਲ ਦਾ ਮਤਲਬ ਅਕਸਰ ਉੱਠਦੇ ਸੀ, ਅਤੇ ਉਹ ਭਗਤੀ ਕਰਨ ਬੈਠ ਗਏ। ਕੰਟੈਂਪਲੇਸ਼ਨ ਦਾ ਮਤਲਬ ਹੁੰਦਾ ਹੈ ਜੀ ਭਗਤੀ ਕਰਨਾ, ਚਿੰਤਨ ਕਰਨਾ, ਜਿਵੇਂ ਮਰਜ਼ੀ ਤੁਸੀਂ ਲਿਖ ਸਕਦੇ ਹੋ। ਦੇਖੋ, ਗੋਡ ਦੀ ਜੀ ਵੱਡੀ ਪਾਈ ਹੈ। He then donned his uniform and arms and appeared before assemblage। ਤਾਂ ਉਹਨਾਂ ਨੇ ਆਪਣੇ ਯੂਨੀਫਾਰਮ ਪਾਈ, ਜੋ ਗੁਰੂ ਜੀ ਕੱਪੜੇ ਪਾਉਂਦੇ ਸੀ। ਡਾਊਨ ਦਾ ਮਤਲਬ ਹੁੰਦਾ ਹੈ ਕੱਪੜੇ ਧਾਰਨ ਕਰਨਾ, ਉਹਨੂੰ ਕਹਿੰਦੇ ਨੇ ਵਸਤਰ ਧਾਰਨ ਕਰਨਾ। ਅਤੇ ਉਹਨਾਂ ਨੇ ਆਪਣੇ ਹਥਿਆਰ ਵੀ ਧਾਰਨ ਕੀਤੇ। ਆਰਮਸ ਦਾ ਮਤਲਬ ਮੈਂ ਕੱਲ ਦੱਸਿਆ ਸੀ ਨਾ, ਹਥਿਆਰ। ਅਤੇ ਉਹ ਇਕੱਠ ਦੇ ਅੱਗੇ ਆਏ। ਅਸੈਂਬਲੇਜ ਦਾ ਮਤਲਬ ਉਹੀ ਇਕੱਠ, ਜਿਹੜੀ ਸੰਗਤ ਜੁੜੀ ਹੋਈ ਸੀ, ਜਾਂ ਸੰਗਤ ਕਹਿ ਸਕਦੇ ਹੋ, ਤਾਂ ਸੰਗਤ ਦੇ ਸਾਹਮਣੇ ਆਏ। ਸਡਨਲੀ, ਅਚਾਨਕ, he drew his sword and addressed the audience। ਤਾਂ ਉਹਨਾਂ ਨੇ ਆਪਣੀ ਤਲਵਾਰ ਮਿਆਨ ਚੋਂ ਬਾਹਰ ਕੱਢੀ। ਡਰਾ, ਡਰੂ, ਡਰੋਨ ਵਰਬ ਦੀਆਂ ਫਾਰਮਸ ਹੁੰਦੀਆਂ ਨੇ। ਤਾਂ ਡਰੂ ਦਾ ਮਤਲਬ ਇੱਥੇ ਤਲਵਾਰ ਨੂੰ ਮਿਆਨ ਚੋਂ ਬਾਹਰ ਕੱਢਣਾ। ਅਤੇ ਉਹਨਾਂ ਨੇ ਸੰਗਤ ਨੂੰ ਐਡਰੈਸ ਕੀਤਾ, ਮਤਲਬ ਉਹ ਬੋਲੇ, I want today a hat। ਕਹਿੰਦੇ ਮੈਨੂੰ ਇੱਕ ਸਿਰ ਚਾਹੀਦਾ ਅੱਜ। Let anyone of my Sikhs come forward। ਕਹਿੰਦੇ ਮੇਰੇ ਸਿੱਖਾਂ ਦੇ ਵਿੱਚੋਂ ਕੋਈ ਇੱਕ ਅੱਗੇ ਆਵੇ। Come forward। My sword wants a head। ਮੇਰੀ ਤਲਵਾਰ ਨੂੰ ਅੱਜ ਸਿਰ ਚਾਹੀਦਾ। His words numbed the audience। numb ਦਾ ਮਤਲਬ ਹੁੰਦਾ ਹੈ ਚੁੱਪੀ ਛਾ ਜਾਣੀ। ਤਾਂ ਉਹਨਾਂ ਦੇ ਸ਼ਬਦਾਂ ਨੇ ਸੰਗਤਾਂ ਦੇ ਵਿੱਚ ਚੁੱਪ ਬਿਖੇਰ ਦਿੱਤੀ। They did not know what the Guru meant and gazed at him in awed silence।
ਉਹਨਾਂ ਨੂੰ ਨਹੀਂ ਸੀ ਪਤਾ ਕਿ ਗੁਰੂ ਕੀ ਕਹਿਣਾ ਚਾਹੁੰਦੇ ਨੇ। ਮੈਂਟ ਦਾ ਮਤਲਬ ਹੁੰਦਾ ਹੈ ਕੀ ਕਹਿਣਾ ਚਾਹੁੰਦੇ ਨੇ, ਅਤੇ ਉਹ ਉਹਨਾਂ ਵੱਲ ਘੂਰ ਕੇ ਦੇਖ ਰਹੇ ਸੀ, ਕਿਵੇਂ? ਚੁੱਪ ਹੋ ਕੇ, ਇਨ ਔਡ ਦਾ ਮਤਲਬ ਹੁੰਦਾ ਹੈ ਜੀ ਜਦੋਂ ਆਪਣੇ ਮਨ ਦੇ ਵਿੱਚ ਕਿਸੇ ਪ੍ਰਤੀ ਆਦਰ ਵੀ ਹੋਵੇ ਤੇ ਡਰ ਵੀ ਹੋਵੇ, ਉਹਨੂੰ ਆਪਾਂ ਔਡ ਕਹਿੰਦੇ ਆ, ਡਰ ਵਾਲਾ ਆਦਰ ਐ ਕਹਿ ਸਕਦੇ ਹਾਂ। until he spoke again, ਅਤੇ ਉਹ ਫੇਰ ਬੋਲੇ। now confusion turned into fear, ਹੁਣ ਇਹ ਜਿਹੜੀ ਕਨਫਿਊਜ਼ਨ ਜੀ ਛਾ ਗਈ ਸੀ, ਸਾਰੇ ਥੋੜੇ ਜੇ ਸੋਚਣ ਜੇ ਲੱਗੇ ਸੀ ਆਹ ਕੀ ਹੋ ਗਿਆ ਵੀ ਗੁਰੂ ਜੀ ਅੱਜ ਸਿਰ ਕਿਉਂ ਮੰਗ ਰਹੇ ਨੇ, ਤਾਂ ਉਹ ਡਰ ਚ ਤਬਦੀਲ ਹੋ ਗਿਆ। ਫॉर द थर्ड टाइम, तीसरी वारी गुरु uttered his demand, गुरु जी ने अपनी इच्छा फेर अगे रखी भी मैनू सिर चाहिए, मेरी तलवार नू सिर चाहिए। तो फिर की होया? दया राम a खत्री of Lahore arose and said, ਤਾਂ ਲਾਹੌਰ ਸ਼ਹਿਰ ਹੈ ਜੀ, ਅੱਜ ਕੱਲ ਦਾ ਪਾਕਿਸਤਾਨ ਚਲਾ ਗਿਆ, ਤਾਂ ਉੱਥੋਂ ਦਾ ਇੱਕ ਖੱਤਰੀ ਸੀ ਜਿਹਦਾ ਨਾਮ ਸੀ ਦਇਆ ਰਾਮ। ਤਾਂ ਦਇਆ ਰਾਮ ਲਾਹੌਰ ਦਾ ਖੱਤਰੀ ਉੱਠਿਆ ਅਤੇ ਉਸਨੇ ਕਿਹਾ, ਮਾਈ ਹੈਡ ਇਜ਼ ਐਟ ਦਾਈ ਸਰਵਿਸ ਮਾਈ ਟਰੂ ਲੋਰਡ। ਦੇਖੋ ਇੱਥੇ THY ਦਾਏ ਪਿਆ, ਦਾਏ ਦਾ ਮਤਲਬ ਹੁੰਦਾ ਹੈ ਯੋਰ, YOUR। ਕਹਿੰਦੇ ਮੇਰਾ ਸਰ ਤੁਹਾਡੀ ਸੇਵਾ 'ਚ ਹਾਜ਼ਰ ਹੈ, ਮੇਰੇ ਸੱਚੇ ਪਾਤਸ਼ਾਹ, my true lord। The Guru took him into a nearby tent and returned with his sword dripping blood। ਤਾਂ ਗੁਰੂ ਉਸ ਨੂੰ ਇੱਕ ਨੇੜੇ ਦੇ ਟੈਂਟ ਦੇ ਵਿੱਚ ਲੈ ਗਏ ਅਤੇ ਜਦੋਂ ਵਾਪਸ ਆਏ ਤਾਂ ਉਹਨਾਂ ਦੀ ਤਲਵਾਰ ਦੇ ਵਿੱਚੋਂ ਖੂਨ ਚੋ ਰਿਹਾ ਸੀ, ਡ੍ਰਿਪਿੰਗ ਬਲੱਡ, ਤਲਵਾਰ ਦੇ ਵਿੱਚੋਂ ਖੂਨ ਚੋ ਰਿਹਾ ਸੀ। He demanded another head, ਤਾਂ ਗੁਰੂ ਜੀ ਨੇ ਦੂਸਰਾ ਸਿਰ ਮੰਗਿਆ, ਇੱਕ ਹੋਰ ਸਿਰ ਮੰਗਿਆ। Faces paled, ਲੋਕਾਂ ਦੇ ਚਿਹਰੇ ਪੀਲੇ ਪੈ ਗਏ। This was ordeal too much for some। ordeal ਦਾ ਮਤਲਬ ਹੁੰਦਾ ਹੈ ਜੀ ਅਜ਼ਮਾਇਸ਼। ordeal ਦਾ ਮਤਲਬ ਹੁੰਦਾ ਹੈ ਜੀ ਅਜ਼ਮਾਇਸ਼, ਕਿ ਜਿਹੜੀ ਇਹ ਅਜ਼ਮਾਇਸ਼ ਹੋਈ ਸੀ ਸਿਰ ਲੈਣ ਦੀ, ਇਹ ਕਈਆਂ ਦੇ ਲਈ ਤਾਂ ਬਹੁਤ ਵੱਡੀ ਚੀਜ਼ ਸੀਗੀ ਵੀ ਆਹ ਕੀ ਹੋ ਗਿਆ, ਆਹ ਕੀ ਭਾਣਾ ਵਰਤ ਗਿਆ, ਹੈ ਨਾ, ਐ ਸੋਚਣ ਲੱਗ ਗਏ। And they began slinking away, ਅਤੇ ਕੁਝ ਉੱਠ ਕੇ ਤੁਰਨ ਲੱਗੇ। Some went to complain to the Guru's mother of her son's odd behavior। ਕੁਛ ਗੁਰੂ ਜੀ ਦੀ ਮਾਤਾ ਜੀ ਕੋਲ ਚਲੇ ਗਏ, ਤਾਂ ਗੁਜਰੀ ਜੀ ਕੋਲ ਚਲੇ ਗਏ ਕਿ ਤੁਹਾਡੇ ਬੇਟੇ ਦਾ ਦੇਖੋ ਅੱਜ ਕਿੱਦਾਂ ਦਾ ਵਤੀਰਾ ਹੋ ਰਿਹਾ ਹੈ, odd behavior, ਵੀ ਕਿੱਦਾਂ ਅਲੱਗ ਜਿਹਾ ਵਿਵਹਾਰ ਕਰ ਰਿਹਾ, ਸਿਰ ਮੰਗ ਰਿਹਾ ਸਾਡੇ। ਕੰਪਲੇਨ ਕਰਨ ਚਲੇ ਗਏ, ਸ਼ਿਕਾਇਤ ਕਰਨ ਚਲੇ ਗਏ ਗੁਰੂ ਜੀ ਦੀ ਮਾਤਾ ਕੋਲ। ਬਟ ਧਰਮਦਾਸ a jat of Delhi stood up। ਬਟ ਇੱਕ ਧਰਮਦਾਸ ਸੀਗਾ ਜੀ ਦਿੱਲੀ ਦਾ ਜੱਟ, ਉਹ ਖੜਾ ਹੋਇਆ ਐਂਡ ਸੈਡ, ਅਤੇ ਉਸਨੇ ਕਿਹਾ ਵਿਦ ਫੋਲਡਡ ਹੈਂਡਸ, ਹੱਥ ਜੋੜ ਕੇ, ਟੇਕ ਮਾਈ ਹੈਡ ਓ ਗ੍ਰੇਟ ਲੋਰਡ, ਮਹਾਨ ਪਾਤਸ਼ਾਹ ਮੇਰਾ ਸਿਰ ਲੈ ਲਓ, ਆਪਣਾ ਸਿਰ ਦੇਣ ਲਈ ਖੜਾ ਹੋ ਗਿਆ। ਗੁਰੂ ਗੋਬਿੰਦ ਸਿੰਘ ਮੇਡ 3 more demands। ਗੁਰੂ ਜੀ ਨੇ ਇਸ ਤਰ੍ਹਾਂ ਦੀਆਂ 3 ਹੋਰ ਡਿਮਾਂਡ ਰੱਖੀਆਂ। ਮੋਹਕਮ ਚੰਦ a washerman from ਦਵਾਰਕਾ, ਦਵਾਰਕਾ ਦਾ ਇੱਕ ਧੋਬੀ ਮੋਹਕਮ ਚੰਦ, ਉਹ ਉੱਠਿਆ। ਹਿੰਮਤ a water carrier from ਜਗਨਨਾਥ, ਜਗਨਨਾਥ ਸ਼ਹਿਰ ਦਾ ਇੱਕ ਪਾਣੀ ਪਿਲਾਉਣ ਵਾਲਾ ਹਿੰਮਤ, ਉਹ ਉੱਠਿਆ। ਐਂਡ ਸਾਹਿਬ ਚੰਦ a barber from ਬੀਦਰ ਐਡਵਾਂਸਡ, ਅਤੇ ਬੀਦਰ ਸ਼ਹਿਰ ਦਾ ਇੱਕ ਨਾਈ ਸਾਹਿਬ ਚੰਦ, ਉਹ ਉੱਠਿਆ। ਐਂਡ offered him their heads, ਇਹਨਾਂ ਸਾਰਿਆਂ ਨੇ ਆਪਣੇ ਸਿਰ ਸੱਚੇ ਪਾਤਸ਼ਾਹ ਦੀ ਸੇਵਾ 'ਚ ਹਾਜ਼ਰ ਕੀਤੇ। ਹੁਣ ਇਹ ਬੇਟਾ ਸਾਰੇ 5 ਦੇ 5 ਜਿਹੜੇ ਇਹ ਪਰਸਨਸ ਨੇ, ਇਹ ਕੌਣ ਸੀ, ਕਿੱਥੋਂ ਆਏ ਸੀ, ਇਹਨਾਂ ਦੇ ਨਾਮ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ, ਪੇਪਰ 'ਚ ਕੋਈ ਵੀ ਆ ਸਕਦਾ। These devoted and selfless men were blessed by the Guru। ਗੁਰੂ ਜੀ ਨੇ ਇਹਨਾਂ ਨੂੰ ਬਲੈਸ ਕੀਤਾ, ਆਸ਼ੀਰਵਾਦ ਦਿੱਤਾ, ਕਿਉਂਕਿ ਇਹ ਡਿਵੋਟਡ ਸੀਗੇ, ਧਰਮ ਦੇ ਪ੍ਰਤੀ ਜੁੜੇ ਹੋਏ ਸੀ ਅਤੇ ਸੈਲਫਲੈਸ ਸੀ। ਅਤੇ ਸੈਲਫਲੈਸ ਦਾ ਮਤਲਬ ਨਿਛਾਵਰ ਕਰਨ ਵਾਲੇ, ਆਪਣਾ ਆਪ ਨਿਛਾਵਰ ਕਰਨ ਵਾਲੇ ਬੰਦੇ ਸੀਗੇ, ਜਿਨ੍ਹਾਂ ਨੂੰ ਗੁਰੂ ਜੀ ਨੇ ਆਸ਼ੀਰਵਾਦ ਦਿੱਤਾ। ਹੀ ਕਾਲਡ them 5 ਪਿਆਰੇ, ਉਹਨਾਂ ਨੂੰ ਉਸਨੇ ਕੀ ਕਿਹਾ, 5 ਪਿਆਰੇ। ਹੁਣ ਇਹਨਾਂ 5 ਪਿਆਰਿਆਂ ਚੋਂ the 3 ਸ਼ੂਦਰਸ, 3 ਤਾਂ ਸ਼ੂਦਰ ਸੀਗੇ ਜਿਹੜੀ ਬਿਲਕੁਲ ਨੀਵੀਂ ਜਾਤ ਜਿਹਨੂੰ ਮੰਨੀ ਜਾਂਦੀ, ਇੱਕ ਕਸ਼ਤਰੀ ਸੀ ਅਤੇ ਇੱਕ ਵੈਸ਼ ਸੀਗਾ। ਫਾਰਮ ਦਾ ਨਿਊਕਲੀਅਸ ਆਫ ਦਾ ਨਿਊ ਸੈਲਫ ਐਬਨੀਗੇਟਿੰਗ ਮਾਰਸ਼ੀਅਲ ਐਂਡ ਕਾਸਟਲੈਸ ਫੈਲੋਸ਼ਿਪ ਆਫ ਦਾ ਖਾਲਸਾ। ਇਹਨਾਂ 5 ਨੇ
ਇੱਕ ਧੁਰਾ ਬਣਾਇਆ। ਨਿਊਕਲੀਅਸ ਦਾ ਮਤਲਬ ਹੁੰਦਾ ਬੱਚਿਓ ਧੁਰਾ। ਕੀ ਚੀਜ਼ ਦਾ ਧੁਰਾ ਬਣੇ ਇਹ? ਨਵਾਂ ਸੈਲਫ ਐਬਨੀਗੇਟਿੰਗ। ਸੈਲਫ ਐਬਨੀਗੇਟਿੰਗ ਦਾ ਮਤਲਬ ਹੁੰਦਾ ਹੈ ਆਪਣਾ ਪੂਰਾ ਨਿਛਾਵਰ ਕਰਨਾ, ਆਪਣਾ ਆਪ ਨਿਛਾਵਰ ਕਰਨਾ। ਮਾਰਸ਼ੀਅਲ ਯੋਧੇ ਬਣੇ ਅਤੇ ਕਾਸਟਲੈਸ ਫੈਲੋਸ਼ਿਪ ਅਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਖਾਲਸਾ ਪੰਥ ਦੀ ਇਹ ਕੀ ਬਣੇ? ਨਿਊਕਲੀਅਸ ਬਣੇ, ਧੁਰਾ ਬਣੇ। ਗੁਰੂ ਗੋਬਿੰਦ ਸਿੰਘ then held the ceremony of baptism। now baptism ਦਾ ਮਤਲਬ ਕੀ ਹੁੰਦਾ ਬੱਚਿਓ? ਅੰਮ੍ਰਿਤ ਛਕਣਾ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਤੋਂ ਬਾਅਦ ਅੰਮ੍ਰਿਤ ਛਕਣ ਦੀ ਸੈਰੇਮਨੀ ਕੀਤੀ, ਸਮਾਗਮ ਹੋਇਆ। ਤਾਂ ਉਹਨਾਂ ਨੇ ਕੀ ਕੀਤਾ? ਫਿਲਿੰਗ ਐਨ ਆਇਰਨ ਵੈਸਲ ਵਿਦ ਵਾਟਰ। ਇੱਕ ਲੋਹੇ ਦੇ ਬਰਤਨ ਦੇ ਵਿੱਚ, ਆਇਰਨ ਵੈਸਲ, ਕੱਲ ਸ਼ਬਦ ਵੀ ਵੈਸਲ ਆਇਆ ਸੀ। ਇੱਕ ਲੋਹੇ ਦੇ ਬਰਤਨ ਦੇ ਵਿੱਚ ਉਹਨਾਂ ਨੇ ਪਾਣੀ ਪਾਇਆ। ਹੀ ਸਟਰਡ ਇਟ। ਸਟਰ ਦਾ ਮਤਲਬ ਹਿਲਾਉਣਾ। ਉਹਨਾਂ ਨੇ ਇਸ ਨੂੰ ਹਿਲਾਇਆ ਵਿਦ ਅ ਟੂ ਐਜਡ ਸਵੋਰਡ। ਇੱਕ ਦੋ ਧਾਰੀ ਤਲਵਾਰ ਦੇ ਨਾਲ ਉਹਨੂੰ ਹਿਲਾਇਆ। ਐਂਡ ਰਿਸਾਈਟਡ ਓਵਰ ਇਟ ਦਾ ਸੈਕਰੇਡ ਵਰਸਿਸ। ਅਤੇ ਕੁਝ ਉਹਨਾਂ ਨੇ ਧਾਰਮਿਕ ਪੰਕਤੀਆਂ ਬੋਲੀਆਂ, ਸ਼ਬਦ ਬੋਲੇ। ਹਿਸ ਵਾਈਫ ਮਾਤਾ ਜੀਤੋ ਜੀ put into it some lumps of sugar। ਤਾਂ ਉਹਨਾਂ ਦੀ ਪਤਨੀ ਮਾਤਾ ਜੀਤੋ ਜੀ ਨੇ ਇਸ ਦੇ ਵਿੱਚ ਮਿੱਠਾ ਮਿਲਾਇਆ। ਲੰਪਸ ਆਫ ਸ਼ੂਗਰ ਦਾ ਮਤਲਬ ਵੈਸੇ ਪਤਾਸੇ ਸੀ ਸ਼ਾਇਦ, ਤਾਂ ਪਤਾਸਿਆਂ ਦਾ ਘੋਲ ਮਿਲਾਇਆ ਸੀ ਉਹਨਾਂ ਨੇ। ਲੰਪਸ ਆਫ ਸ਼ੂਗਰ ਪਤਾਸਿਆਂ ਨੂੰ ਕਿਹਾ ਜਾਂਦਾ। ਅੰਮ੍ਰਿਤ ਦਾ ਨੈਕਟਾਰ ਆਫ ਇਮੋਰਟੈਲਿਟੀ ਵਾਸ ਨਾਓ ਰੈਡੀ। ਤਾਂ ਕੀ ਬਣ ਗਿਆ ਵੀ? ਅੰਮ੍ਰਿਤ ਬਣ ਗਿਆ। ਅੰਮ੍ਰਿਤ ਨੂੰ ਆਪਾਂ ਇੰਗਲਿਸ਼ ਕੀ ਕਹਿੰਦੇ ਆ? ਨੈਕਟਾਰ ਆਫ ਇਮੋਰਟੈਲਿਟੀ। ਇਮੋਰਟੈਲਿਟੀ ਅਮਰ ਹੋਣ ਵਾਲਾ, ਜਿਹੜੀ ਚੀਜ਼ ਅਮਰ ਹੋ ਜਾਵੇ, ਇਮੋਰਟੈਲਿਟੀ। ਉਹਦਾ ਅੰਮ੍ਰਿਤ ਬਣ ਗਿਆ। ਉਹ ਹੁਣ ਤਿਆਰ ਸੀ। ਈਚ ਆਫ ਦਾ 5 ਬਿਲਵਡ ਵਨਸ ਡਰੈਂਕ 5 ਪਾਮਫੁਲਸ ਆਫ ਇਟ। ਤਾਂ ਪੰਜੇ ਜਿਹੜੇ ਬਿਲਵਡ ਸੀਗੇ, ਪੰਜੇ ਪਿਆਰੇ, 5 ਬਿਲਵਡ ਦਾ ਮਤਲਬ ਹੈ ਜੀ ਪੰਜ ਪਿਆਰੇ। ਇਹਨਾਂ ਪੰਜੇ ਪਿਆਰਿਆਂ ਨੇ ਹਥੇਲੀ ਦੇ ਵਿੱਚ, ਪਾਮਫੁਲ ਹਥੇਲੀ ਦੇ ਵਿੱਚ ਇਹ ਅੰਮ੍ਰਿਤ ਛਕਿਆ। They were given the appellation of ਸਿੰਘ ਲਾਇਨ। ਉਹਨਾਂ ਨੂੰ ਸਿੰਘ ਥਾਪਿਆ ਗਿਆ। given the appellation of ਸਿੰਘ ਦਾ ਮਤਲਬ ਉਹਨਾਂ ਨੂੰ ਸਿੰਘ ਥਾਪਿਆ ਗਿਆ। They were ever to wear long hair, a comb, a steel bracelet, ਕੜਾ, short drawer, ਕੱਛਾ and a sword, ਕਿਰਪਾਨ। ਤੇ ਉਹਨਾਂ ਨੂੰ 5 ਕੱਕੇ ਧਾਰਨ ਕਰਨ ਲਈ ਦਿੱਤੇ ਗਏ ਕਿ ਉਹਨਾਂ ਨੇ ਲੰਬੇ ਵਾਲ ਰੱਖਣੇ ਸੀ, ਕੇਸ ਰੱਖਣੇ ਸੀ ਜੀ, ਲੌਂਗ ਹੇਅਰ, ਕੇਸ ਰੱਖਣੇ ਸੀ। ਕੌਮ, ਕੰਗਾ ਦਿੱਤਾ ਗਿਆ ਉਹਨਾਂ ਨੂੰ। ਕੜਾ ਦਿੱਤਾ ਗਿਆ ਸਟੀਲ ਦਾ ਬਣਿਆ ਹੋਇਆ। ਸ਼ਾਰਟ ਡਰਾਰ, ਕੱਛਾ ਦਿੱਤਾ ਗਿਆ। ਐਂਡ ਅ ਸਵੋਰਡ, ਅਤੇ ਇੱਕ ਕਿਰਪਾਨ ਦਿੱਤੀ ਗਈ। ਦੇ ਵਰ ਐਨਜੋਇਨਡ ਟੂ ਹੈਲਪ ਦਾ ਪੂਅਰ ਐਂਡ ਫਾਈਟ ਦਾ ਓਪਰੈਸਰ। ਤੇ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਨੇ ਪੂਅਰ ਦੀ, ਗਰੀਬਾਂ ਦੀ ਮਦਦ ਕਰਨੀ ਹੈ। ਓਪਰੈਸਰ ਦਾ ਮਤਲਬ ਜ਼ੁਲਮ ਕਰਨ ਵਾਲੇ। ਓਪਰੈਸ ਦਾ ਮਤਲਬ ਹੁੰਦਾ ਜ਼ੁਲਮ, ਓਪਰੈਸਰ ਦਾ ਮਤਲਬ ਜ਼ੁਲਮ ਕਰਨ ਵਾਲੇ। ਤਾਂ ਜ਼ੁਲਮ ਕਰਨ ਵਾਲਿਆਂ ਦੇ ਖਿਲਾਫ ਲੜਨਾ। ਓਪਰੈਸਰ। ਟੂ ਹੈਵ ਫੇਥ ਇਨ ਵਨ ਗੋਡ। ਵਾਹਿਗੁਰੂ ਦੇ ਵਿੱਚ ਵਿਸ਼ਵਾਸ ਰੱਖਣਾ ਹੈ। ਐਂਡ ਕੰਸੀਡਰ ਆਲ ਹਿਊਮਨ ਬੀਇੰਗਸ ਇਕੁਅਲ। ਅਤੇ ਸਾਰੇ ਧਰਮ ਦੇ ਲੋਕਾਂ ਨੂੰ ਬਰਾਬਰ ਥਾਂ ਦੇਣੀ ਹੈ। ਇਰਰਿਸਪੈਕਟਿਵ ਆਫ ਕਾਸਟ ਐਂਡ ਕ੍ਰੀਡ। ਚਾਹੇ ਉਹਨਾਂ ਦੀ ਕੋਈ ਵੀ ਜਾਤ ਪਾਤ ਹੋਵੇ। They were to be the saint soldiers। ਉਹਨਾਂ ਨੂੰ ਸੰਤ ਸਿਪਾਹੀ ਕਿਹਾ ਗਿਆ। ਸੰਤ ਸਿਪਾਹੀ, ਸੇਂਟ ਸੋਲਜਰ ਦਾ ਮਤਲਬ ਸੰਤ ਸਿਪਾਹੀ ਕਿਹਾ ਗਿਆ। ਵਰਸ਼ਿਪਿੰਗ ਗੋਡ, ਕਿਉਂਕਿ ਉਹਨਾਂ ਨੇ ਪਰਮਾਤਮਾ ਨੂੰ ਵੀ ਮੰਨਣਾ ਸੀ। ਅਤੇ ਉਹਨਾਂ ਨੇ ਸਵੋਰਡ ਐਜ਼ ਵੈਲ ਐਜ਼ ਦਾ ਸਵੋਰਡ, ਅਤੇ ਤਲਵਾਰ ਵੀ ਧਾਰਨ ਕਰਨੀ ਸੀ। ਤਾਂ ਸੰਤ ਸਿਪਾਹੀ ਬਣ ਗਏ ਸੀ। The 5 beloved ones were the first full-fledged members of the ਖਾਲਸਾ ਕਾਮਨਵੈਲਥ। ਖਾਲਸਾ ਕਾਮਨਵੈਲਥ ਦਾ ਮਤਲਬ ਹੈ ਖਾਲਸਾ ਪੰਥ। ਖਾਲਸਾ ਪੰਥ ਦੇ ਇਹ ਫੁੱਲ ਫਲੈਜ ਮੈਂਬਰ ਬਣ ਗਏ ਜੀ। ਪਹਿਲੇ ਫੁੱਲ ਫਲੈਜ ਮੈਂਬਰ ਸੀਗੇ। ਫੁੱਲ ਫਲੈਜ ਦਾ ਮਤਲਬ ਹੁੰਦਾ ਹੈ ਜੀ ਪੂਰੀ ਤਰ੍ਹਾਂ ਤਿਆਰ। ਫੁੱਲ ਫਲੈਜ ਦਾ ਮਤਲਬ ਹੁੰਦਾ ਹੈ ਪੂਰੀ ਤਰ੍ਹਾਂ ਤਿਆਰ। ਇਹ ਮੈਂਬਰ ਬਣ ਗਏ ਖਾਲਸਾ ਪੰਥ ਦੇ। ਗੁਰੂ ਗੋਬਿੰਦ ਸਿੰਘ ਨਾਓ ਸਟੂਡ ਅਪ ਬਿਫੋਰ them। ਤਾਂ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਸਾਹਮਣੇ ਖੜੇ ਹੋਏ। ਵਿਦ ਬੋਡ ਹੈਡ, ਸਿਰ ਝੁਕਾਇਆ। ਐਂਡ ਦੇ ਬੈਪਟਾਈਜ਼ਡ ਹਿਮ ਐਜ਼ ਹੀ ਹੈਡ ਬੈਪਟਾਈਜ਼ਡ ਹਿਮ। ਅਤੇ ਉਹਨਾਂ ਨੇ ਹੁਣ ਗੁਰੂ ਜੀ ਨੂੰ ਉਵੇਂ ਅੰਮ੍ਰਿਤ ਛਕਾਇਆ ਜਿਵੇਂ ਗੁਰੂ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਸੀ। About 20,000 people received the baptism of the sword that day। ਉਸ ਦਿਨ 20,000 ਲੋਕਾਂ ਨੇ ਅੰਮ੍ਰਿਤ ਛਕਿਆ। The Sikhs returned to their homes, kindled with the new enthusiasm and charged with the task of baptizing more people। ਤਾਂ ਸਿੱਖ ਘਰਾਂ ਨੂੰ ਮੁੜ ਗਏ
ਤਾਂ ਉਹਨਾਂ ਦੇ ਅੰਦਰ ਇੱਕ ਨਵਾਂ ਜੋਸ਼ ਸੀ। ਇੰਥੂਸੀਆਜ਼ਮ ਦਾ ਮਤਲਬ ਹੁੰਦਾ ਜੀ ਜੋਸ਼। ਉਹ ਚਾਰਜ ਹੋ ਗਏ ਸੀ ਕਿ ਅਸੀਂ ਇਹ ਕੰਮ ਕਰਨਾ ਹੈ। ਕਿਵੇਂ ਕਿ ਹੋਰ ਲੋਕਾਂ ਨੂੰ ਅੰਮ੍ਰਿਤ ਛਕਾਉਣਾ, ਬੈਪਟਾਈਜ਼ਿੰਗ ਮੋਰ ਪੀਪਲ, ਅਤੇ ਉਹ ਹੋਰ ਲੋਕਾਂ ਨੂੰ ਅੰਮ੍ਰਿਤ ਛਕਾਉਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੋ ਗਏ। ਕੰਪਲੇਂਟਸ ਅਗੇਂਸਟ ਦਾ ਆਫੀਸ਼ੀਅਲ ਮਿਸ਼ਨਰੀਜ਼ ਆਫ ਸਿੱਖੀਜ਼ਮ ਨੋਨ ਐਜ਼ ਮਸੰਦ। ਤਾਂ ਪਹਿਲਾਂ ਨਾ ਮਸੰਦ ਹੁੰਦੇ ਸੀਗੇ ਜੀ। ਮਸੰਦ ਕੀ ਸੀਗੇ ਕਿ ਸਿੱਖਾਂ ਦੇ ਨਾ ਅਫੀਸ਼ੀਅਲ ਮਿਸ਼ਨਰੀ ਹੁੰਦੇ ਸੀ, ਮਤਲਬ ਕਿ ਉਹਨਾਂ ਨੇ ਜਾ ਕੇ ਪ੍ਰਚਾਰ ਕਰਦੇ ਸੀ ਮਸੰਦ, ਅਫੀਸ਼ੀਅਲ ਮਿਸ਼ਨਰੀ ਸੀ, ਇਹਨਾਂ ਨੂੰ ਆਪਾਂ ਮਸੰਦ ਕਹਿੰਦੇ। ਤਾਂ ਪਹਿਲਾਂ ਉਹਨਾਂ ਦੇ ਖਿਲਾਫ ਕੰਪਲੇਂਟਾਂ ਆਈਆਂ, ਸ਼ਿਕਾਇਤਾਂ ਆਈਆਂ ਗੁਰੂ ਜੀ ਕੋਲ। ਮਸੰਦ ਕੌਣ ਸੀ? who had held their diocese in various parts of the country। ਤਾਂ ਉਹਨਾਂ ਦੇ ਨਾ ਆਪਣੇ ਆਪਣੇ ਇਲਾਕੇ ਸੀਗੇ। ਡਾਇਸਿਸ ਦਾ ਮਤਲਬ ਇਲਾਕੇ, ਉਹਨਾਂ ਦੇ ਆਪਣੇ ਆਪਣੇ ਇਲਾਕੇ ਸੀਗੇ। ਸਾਡੇ ਦੇਸ਼ ਦੇ ਕਈ ਹਿੱਸਿਆਂ 'ਚ ਮਸੰਦ ਫੈਲੇ ਹੋਏ ਸੀ। ਤਦ ਤੋਂ ਸੀਜ਼ ਦਾ ਡੇਜ਼ ਆਫ ਦਾ ਥਰਡ ਗੁਰੂ, ਤੀਜੇ ਪਾਤਸ਼ਾਹ ਦੇ ਵੇਲੇ ਮਸੰਦ ਪ੍ਰਥਾ ਸ਼ੁਰੂ ਹੋਈ ਸੀ। ਇਹਨਾਂ ਦੀਆਂ ਕੰਪਲੇਂਟਸ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚੀਆਂ। ਕੀ ਪਹੁੰਚੀਆਂ? ਦੇ ਹੈਡ ਸਟ੍ਰੇਡ ਫਰੋਮ ਦਾ ਪਾਥ ਆਫ ਡਿਊਟੀ, ਕਿ ਉਹ ਆਪਣੇ ਧਰਮ ਦੇ ਰਸਤੇ ਤੋਂ, ਆਪਣੇ ਫਰਜ਼ ਦੇ ਰਸਤੇ ਤੋਂ ਭਟਕ ਗਏ। ਸਟ੍ਰੇਡ ਦਾ ਮਤਲਬ ਹੁੰਦਾ ਹੈ ਭਟਕ ਜਾਣਾ। ਮੋਸਟ ਆਫ them were corrupt, ਉਹਨਾਂ ਤੋਂ ਜ਼ਿਆਦਾ ਜਿਹੜੇ ਕੀ ਸੀਗੇ? ਭ੍ਰਸ਼ਟ ਹੋ ਗਏ ਸੀ, ਕਰਪਟ ਹੋ ਗਏ ਸੀ, ਭ੍ਰਸ਼ਟ ਹੋ ਗਏ ਸੀਗੇ। They took offerings from the Sikhs for Guru but never passed them on to him। ਕਹਿੰਦੇ ਉਹ ਸਿੱਖਾਂ ਤੋਂ ਭੇਟਾ ਲੈ ਲੈਂਦੇ ਸੀ। ਆਫਰਿੰਗ ਦਾ ਮਤਲਬ ਕੱਲ ਵੀ ਆਇਆ ਸੀ ਭੇਟਾ। ਸਿੱਖਾਂ ਤੋਂ ਭੇਟਾ ਲੈ ਲੈਂਦੇ ਤਾਂ ਗੁਰੂ ਦੇ ਨਾਮ ਤੇ ਲੈਂਦੇ, ਫॉर ਗੁਰੂ, ਗੁਰੂ ਦੇ ਨਾਮ ਤੇ ਲੈਂਦੇ, ਪਰ ਕਦੇ ਵੀ ਉਹ ਭੇਟਾ ਗੁਰੂ ਜੀ ਨੂੰ ਨਹੀਂ ਸੀ ਪਹੁੰਚਾਉਂਦੇ। ਭ੍ਰਸ਼ਟ ਹੋ ਗਏ ਸੀਗੇ ਉਹ। They lived in luxury, ਐਸ਼ੋ ਆਰਾਮ ਦਾ ਜੀਵਨ ਬਤੀਤ ਕਰ ਰਹੇ ਸੀ। ਲਗਜ਼ਰੀ ਦਾ ਮਤਲਬ ਐਸ਼ੋ ਆਰਾਮ। ਐਂਡ ਨਿਗਲੈਕਟਡ देयर ਰਿਲੀਜੀਅਸ ਰਿਸਪੌਂਸਿਬਿਲਿਟੀ, ਅਤੇ ਆਪਣੀ ਧਾਰਮਿਕ ਜਿਹੜੀ ਜ਼ਿੰਮੇਵਾਰੀ ਸੀ ਉਹਨੂੰ ਉਹ ਨਹੀਂ ਸੀ ਪੂਰੀ ਕਰ ਰਹੇ। ਨਿਗਲੈਕਟ ਦਾ ਮਤਲਬ ਅਣਗੌਲਿਆਂ ਕਰ ਰਹੇ ਸੀ। The Guru decided to abolish the priestly order that oppressed the people। ਤਾਂ ਗੁਰੂ ਨੇ ਡਿਸਾਈਡ ਕੀਤਾ, ਗੁਰੂ ਗੋਬਿੰਦ ਸਿੰਘ ਜੀ ਨੇ ਫੈਸਲਾ ਕੀਤਾ ਕਿ ਇਹ ਜਿਹੜੀ ਪ੍ਰਥਾ ਹੈ ਇਸ ਨੂੰ ਆਪਾਂ ਐਬੋਲਿਸ਼ ਕਰੀਏ। ਐਬੋਲਿਸ਼ ਦਾ ਮਤਲਬ ਖਤਮ ਕਰੀਏ, ਕਿਉਂਕਿ ਇਹਦੇ ਨਾਲ ਕੀ ਹੋ ਰਿਹਾ ਹੈ? ਲੋਕਾਂ ਦਾ ਸ਼ੋਸ਼ਣ ਹੋ ਰਿਹਾ ਹੈ। ਓਪਰੈਸ ਦਾ ਮਤਲਬ ਸ਼ੋਸ਼ਣ ਹੋਣਾ। He summoned all the Masand to Anandpur and punished them according to the enormity of the crimes। ਤਾਂ ਉਹਨਾਂ ਨੇ ਕੀ ਕਰਿਆ? ਅਨੰਦਪੁਰ ਵਿਖੇ ਸਾਰੇ ਮਸੰਦਾਂ ਨੂੰ ਬੁਲਾਇਆ। ਸਮਨ ਦਾ ਮਤਲਬ ਬੁਲਾਣਾ। ਕਿੱਥੇ ਬੁਲਾਇਆ ਜੀ? ਅਨੰਦਪੁਰ ਸਾਹਿਬ। ਅਤੇ ਉਹਨਾਂ ਨੂੰ ਸਜ਼ਾ ਦਿੱਤੀਆਂ। ਕਿਵੇਂ? ਜਿਵੇਂ ਜਿਵੇਂ ਉਹਨਾਂ ਦੇ ਜੁਰਮਾਂ ਦੀ ਬਹੁਤਾਤ ਸੀ, ਜਿਵੇਂ ਜਿਵੇਂ ਉਹਨਾਂ ਨੇ ਜੁਰਮ ਕੀਤੇ ਸੀ, ਜਿੰਨੇ ਜਿੰਨੇ ਜੁਰਮ ਕੀਤੇ ਸੀ ਉਸ ਹਿਸਾਬ ਨਾਲ ਉਹਨਾਂ ਨੂੰ ਸਜ਼ਾ ਦਿੱਤੀ ਗਈ। The hill chief had long been planning to subdue the Guru by force। ਪਹਾੜੀਆਂ ਰਾਜਿਆਂ ਦਾ ਜਿਹੜਾ ਚੀਫ ਸੀਗਾ, ਮੁਖੀ ਸੀਗਾ, ਉਹ ਗੁਰੂ ਜੀ ਨੂੰ ਫੋਰਸ ਦੇ ਨਾਲ, ਫੌਜਾਂ ਦੇ ਨਾਲ ਗੁਰੂ ਜੀ ਨੂੰ ਹਰਾਉਣਾ ਚਾਹੁੰਦਾ ਸੀ। They joined hands and marched upon him। ਤਾਂ ਉਹਨਾਂ ਨੇ ਕੀ ਕੀਤਾ? ਸਾਰੇ ਮਿਲ ਗਏ, ਪਹਾੜੀ ਰਾਜੇ ਮਿਲ ਗਏ ਅਤੇ ਉਹਨਾਂ ਨੇ ਗੁਰੂ ਜੀ ਦੇ ਵੱਲ ਕੂਚ ਕੀਤਾ। ਮਾਰਚ upon him। While he was at Paunta, now in Nahan district of Himachal Pradesh। ਉਸ ਸਮੇਂ ਗੁਰੂ ਜੀ ਕਿੱਥੇ ਸੀਗੇ? ਪਾਉਂਟਾ ਸਾਹਿਬ ਸੀਗੇ। ਇਹ ਨਾਹਨ ਡਿਸਟ੍ਰਿਕਟ ਹੈ ਜੀ, ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ ਪਾਉਂਟਾ ਸਾਹਿਬ। ਨਾਹਨ ਜ਼ਿਲ੍ਹੇ ਦੇ ਵਿੱਚ ਪਾਉਂਟਾ ਸਾਹਿਬ ਪੈਂਦਾ। ਉੱਥੇ ਸੀਗੇ ਗੁਰੂ ਜੀ ਜਦੋਂ ਉਹਨਾਂ ਤੇ ਹਮਲਾ ਕੀਤਾ ਗਿਆ। ਪਾਉਂਟਾ had been founded by ਗੁਰੂ ਗੋਬਿੰਦ ਸਿੰਘ। ਅਨੰਦਪੁਰ ਸਾਹਿਬ ਵਸਾਇਆ ਸੀ, ਆਪਾਂ ਕੱਲ ਦੇਖਿਆ, ਗੁਰੂ ਤੇਗ ਬਹਾਦਰ ਜੀ ਨੇ। ਪਾਉਂਟਾ ਸਾਹਿਬ ਦੀ ਨੀਂਹ ਕਿਹਨੇ ਰੱਖੀ ਸੀ? ਗੁਰੂ ਗੋਬਿੰਦ ਸਿੰਘ ਜੀ ਨੇ। There he trained his Sikhs in the use of arms and had held poetic symposiums in that beautiful valley। Symposium ਦਾ ਮਤਲਬ ਹੁੰਦਾ ਹੈ ਜੀ ਸੰਮੇਲਨ। ਹੁਣ ਉੱਥੇ ਪਾਉਂਟਾ ਸਾਹਿਬ ਗੁਰੂ ਜੀ ਕੀ ਕਰ ਰਹੇ ਸੀ? ਸਿੱਖਾਂ ਨੂੰ ਹਥਿਆਰਾਂ ਦੀ ਸਿਖਲਾਈ ਦੇ ਰਹੇ ਸੀ ਅਤੇ ਉੱਥੇ ਉਹ ਕਵੀ ਸੰਮੇਲਨ ਵੀ ਉਸ ਬਿਊਟੀਫੁਲ ਵੈਲੀ ਦੇ ਵਿੱਚ, ਖੂਬਸੂਰਤ ਘਾਟੀ ਦੇ ਵਿੱਚ ਉਹਨਾਂ ਨੇ ਕਵੀ ਸੰਮੇਲਨ ਵੀ ਬੁਲਾਏ ਸੀ। ਕਵੀਆਂ ਦੇ ਸੰਮੇਲਨ। He now met the armies of the hill rajas at Panghani near Paunta। ਤਾਂ ਪਾਉਂਟਾ ਸਾਹਿਬ ਦੇ ਨੇੜੇ ਇੱਕ ਪੰਘਾਣੀ ਹੈ ਜੀ ਜਗ੍ਹਾ, ਉੱਥੇ ਉਹਨਾਂ ਨੇ ਪਹਾੜੀ ਰਾਜਿਆਂ ਦੀਆਂ ਫੌਜਾਂ ਦਾ ਸਾਹਮਣਾ ਕੀਤਾ। and defeated them, ਅਤੇ ਉਹਨਾਂ ਨੂੰ ਗੁਰੂ ਜੀ ਨੇ ਹਰਾ ਦਿੱਤਾ। In this battle a Muslim saint Buddhu Shah fought on the Guru side along with his sons and disciples। ਇਸ ਲੜਾਈ ਦੇ ਵਿੱਚ ਇੱਕ ਬੁੱਧੂ ਸ਼ਾਹ ਸੀਗਾ ਜੀ, ਜਿਹੜਾ ਕਿ ਮੁਸਲਿਮ ਸੀ, ਮੁਸਲਿਮ ਸੰਤ ਸੀਗਾ ਬੁੱਧੂ ਸ਼ਾਹ। ਉਹ ਗੁਰੂ ਜੀ ਦੀ ਸਾਈਡ ਦੇ ਵੱਲ ਲੜਿਆ, ਗੁਰੂ ਜੀ ਪਾਸੋਂ ਲੜਿਆ, ਆਪਣੇ ਬੱਚਿਆਂ ਦੇ ਨਾਲ, ਆਪਣੇ ਮੁੰਡਿਆਂ ਦੇ ਨਾਲ ਅਤੇ ਆਪਣੇ ਅਨੁਆਈਆਂ ਦੇ ਨਾਲ। ਡਿਸਾਈਪਲਸ ਮਤਲਬ ਜਿਹੜੇ ਉਹਨੂੰ ਮੰਨਦੇ ਸੀਗੇ।
ਜਿਹੜੇ ਉਹਦੇ ਚੇਲੇ ਸੀ ਅਤੇ ਉਹਦੇ ਪੁੱਤਰਾਂ ਦੇ ਨਾਲ ਬੁੱਧੂ ਸ਼ਾਹ ਗੁਰੂ ਜੀ ਦੀ ਸਾਈਡ ਵੱਲੋਂ ਲੜਿਆ ਸੀ, ਹਾਲਾਂਕਿ ਉਹ ਮੁਸਲਮਾਨ ਸੀ। The Raja sought help from the Mughal governor of Sarhind and attacked the Guru again but were beaten back. ਫਿਰ ਰਾਜੇ ਨੇ, ਉਹਨਾਂ ਰਾਜਿਆਂ ਨੇ, ਹੁਣ ਮੁਗਲ ਗਵਰਨਰ ਸੀਗਾ ਜੀ, ਮੁਗਲਾਂ ਦਾ ਗਵਰਨਰ ਸੀ ਸਰਹੰਦ ਦਾ, ਉਹਦੀ ਹੈਲਪ ਦੇ ਨਾਲ ਗੁਰੂ ਜੀ ਤੇ ਫਿਰ ਹਮਲਾ ਕੀਤਾ, ਪਰ ਫਿਰ ਬਿਟਨ ਬੈਕ ਦਾ ਮਤਲਬ ਉਹਨਾਂ ਨੂੰ ਹਰਾ ਦਿੱਤਾ ਗਿਆ, ਫਿਰ ਹਾਰ ਗਏ ਜੀ ਉਹ। The hill rajas and Mughal troops attacked Anandpur with all their strength in 1704. ਪਹਾੜੀ ਰਾਜੇ ਦੋ ਵਾਰੀ ਹਾਰ ਗਏ, ਇੱਕ ਵਾਰੀ ਪਹਿਲਾਂ ਹਾਰੇ ਜਦੋਂ ਇਕੱਠੇ ਹੋ ਕੇ ਆਏ ਸੀ, ਫਿਰ ਉਸ ਤੋਂ ਬਾਅਦ ਜਦੋਂ ਸਰਹੰਦ ਦੇ ਗਵਰਨਰ ਦੇ ਨਾਲ ਆਏ ਸੀ, ਫਿਰ ਉਹਨਾਂ ਨੇ ਕੀ ਕੀਤਾ, ਮੁਗਲ ਫੌਜਾਂ ਦੇ ਨਾਲ, ਮੁਗਲ ਟਰੂਪਸ ਦਾ ਮਤਲਬ ਫੌਜ, ਮੁਗਲ ਫੌਜਾਂ ਦੇ ਨਾਲ ਅਨੰਦਪੁਰ ਸਾਹਿਬ ਤੇ ਹਮਲਾ ਕੀਤਾ ਪੂਰੀ ਸ਼ਕਤੀ ਦੇ ਨਾਲ, ਮਤਲਬ ਪੂਰੀ ਫੌਜ, ਵੱਡੀ ਫੌਜ ਲਿਆ ਕੇ ਹਮਲਾ ਕੀਤਾ ਅਨੰਦਪੁਰ ਸਾਹਿਬ ਚ 1704 ਈਸਵੀ ਵਿੱਚ। The governors of Sarhind, Lahore and Multan took part in the battle. ਹੁਣ ਇਸ ਲੜਾਈ ਦੇ ਵਿੱਚ ਦੇਖੋ ਕੌਣ ਕੌਣ ਆਇਆ, ਸਰਹੰਦ ਦਾ ਗਵਰਨਰ ਆਇਆ, ਲਾਹੌਰ ਦਾ ਗਵਰਨਰ ਆਇਆ, ਮੁਲਤਾਨ ਦਾ ਗਵਰਨਰ ਆਇਆ, ਐਨੇ ਜਣਿਆਂ ਨੇ ਇਸ ਲੜਾਈ ਦੇ ਵਿੱਚ ਹਿੱਸਾ ਲਿਆ। The Sikhs including Guru Gobind Singh's eldest son Ajit Singh fought gallantly. ਤਾਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਪੁੱਤਰ ਅਜੀਤ ਸਿੰਘ ਦੇ ਨਾਲ ਪੂਰੀ ਬਹਾਦਰੀ ਨਾਲ ਲੜੇ। ਗੈਲੈਂਟਲੀ ਦਾ ਮਤਲਬ ਹੁੰਦਾ ਹੈ ਜੀ ਬਹਾਦਰੀ ਨਾਲ। At the end of the day's fighting, some Sikhs complained to the Guru that a Sikh called Kanhaiya had been offering water and aid not only to the wounded Sikhs but also to the enemy. ਜਿੰਦੀ ਲੜਾਈ ਤੋਂ ਬਾਅਦ ਇੱਕ ਦਿਨ ਕੁਝ ਸਿੱਖਾਂ ਨੇ ਆ ਕੇ ਸ਼ਿਕਾਇਤ ਕੀਤੀ ਗੁਰੂ ਜੀ ਨੂੰ, ਕਹਿੰਦੇ ਇੱਕ ਸਿੱਖ ਹੈ ਜੀ, ਉਹਦਾ ਨਾਮ ਹੈ ਕਨਹਈਆ, ਉਹ ਕੀ ਕਰ ਰਿਹਾ, ਕਹਿੰਦੇ ਪਾਣੀ ਅਤੇ ਏਡ ਦਾ ਮਤਲਬ ਕੋਈ ਮਰਮ ਪੱਟੀ ਵਗੈਰਾ, ਉਹ ਸਿਰਫ ਸਿੱਖਾਂ ਨੂੰ ਹੀ, ਵੁੰਡਿਡ ਦਾ ਮਤਲਬ ਜ਼ਖਮੀ ਸਿੱਖਾਂ ਨੂੰ ਹੀ ਪਾਣੀ ਨਹੀਂ ਪਿਲਾ ਰਿਹਾ, ਸਗੋਂ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਈ ਜਾ ਰਿਹਾ। The Guru asked Kanhaiya if that was true. ਤਾਂ ਗੁਰੂ ਜੀ ਨੇ ਕਨਹਈਆ ਨੂੰ ਪੁੱਛਿਆ ਕਿ ਕੀ ਇਹ ਸੱਚ ਹੈ। Yes, ਹਾਂ my lord, ਸੱਚੇ ਪਾਤਸ਼ਾਹ, ਮੇਰੇ ਪਾਤਸ਼ਾਹ, it is true in a sense, ਕਹਿੰਦੇ ਇੱਕ ਅਰਥ ਦੇ ਵਿੱਚ ਇਹ ਸੱਚ ਹੈ। Replied ਕਨਹਈਆ ਨੇ ਉੱਤਰ ਦਿੱਤਾ, I have been giving water to everyone who needed it on the field of battle. ਕਹਿੰਦੇ ਮੈਂ ਹਰ ਇੱਕ ਬੰਦੇ ਨੂੰ ਪਾਣੀ ਦੇ ਰਿਹਾ ਜਿਸ ਨੂੰ ਜ਼ਰੂਰਤ ਹੈ, ਜੋ ਲੜਾਈ ਦੇ ਯੁੱਧ ਦੇ ਵਿੱਚ ਸੀ। But I saw no Mughals or Sikhs there. ਕਹਿੰਦੇ ਮੈਨੂੰ ਕੋਈ ਵੀ ਮੁਗਲ ਜਾਂ ਸਿੱਖ ਨਹੀਂ ਉੱਥੇ ਦਿਖਿਆ। I saw only Guru's face everywhere. ਕਹਿੰਦੇ ਮੈਨੂੰ ਤਾਂ ਹਰ ਕਿਤੇ ਗੁਰੂ ਦਾ ਹੀ ਚਿਹਰਾ ਨਜ਼ਰ ਆਇਆ, ਯਾਨੀ ਕਿ ਮੈਨੂੰ ਦੁਸ਼ਮਣਾਂ ਦੇ ਵਿੱਚ ਵੀ ਗੁਰੂ ਦਾ ਚਿਹਰਾ ਦਿਖਿਆ। The Guru pleased with the reply. ਤਾਂ ਗੁਰੂ ਉਸ ਉੱਤਰ ਨਾਲ ਬੜਾ ਹੀ ਖੁਸ਼ ਹੋਇਆ, blessed him, ਉਸ ਨੂੰ ਆਸ਼ੀਰਵਾਦ ਦਿੱਤਾ, and told his Sikhs that Kanhaiya had understood his mission correctly. ਅਤੇ ਉਹਨਾਂ ਨੇ ਸਿੱਖਾਂ ਨੂੰ ਇਹ ਦੱਸਿਆ ਕਿ ਕਨਹਈਆ ਨੇ ਇੱਕ ਮਿਸ਼ਨ ਲੈ ਕੇ ਚੱਲੇ, ਜੋ ਮੈਂ ਇੱਕ ਟੀਚਾ ਲੈ ਕੇ ਚੱਲੇ ਆ, ਉਸ ਨੂੰ ਉਸਨੇ ਚੰਗੀ ਤਰ੍ਹਾਂ ਸਮਝ ਲਿਆ। The rajas and imperial forces suffered heavy losses. ਕਹਿੰਦੇ ਜਿਹੜੇ ਪਹਾੜੀ ਰਾਜੇ ਸੀ ਅਤੇ ਸ਼ਾਹੀ ਫੌਜਾਂ, ਇੰਪੀਰੀਅਲ ਦਾ ਮਤਲਬ ਸ਼ਾਹੀ ਕਿਹੜੀਆਂ ਵੀ, ਮੁਗਲ ਫੌਜਾਂ ਜਿਹੜੀਆਂ ਗਵਰਨਰਾਂ ਦੀਆਂ ਫੌਜਾਂ ਸੀ, ਮੁਲਤਾਨ ਵਾਲੇ ਦੀਆਂ, ਕਹਿੰਦੇ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ। suffered heavy losses, ਬਹੁਤ ਜ਼ਿਆਦਾ ਨੁਕਸਾਨ ਹੋਇਆ। But they succeeded in laying siege to the fort of Anandpur. ਪਰ ਉਹ ਸਫਲ ਹੋ ਗਏ ਕਿਸ ਗੱਲ ਦੇ ਵਿੱਚ ਕਿ ਅਨੰਦਪੁਰ ਦੇ ਕਿਲੇ ਨੂੰ ਉਹਨਾਂ ਨੇ ਘੇਰਾ ਪਾ ਲਿਆ। ਲੇ ਸੀਜ਼ ਦਾ ਮਤਲਬ ਹੁੰਦਾ ਬੱਚਿਓ ਘੇਰਾ ਪਾਉਣਾ, ਚਾਰੇ ਪਾਸਿਓਂ ਘੇਰਾ ਪਾ ਲਿਆ ਵੀ ਉਹਨਾਂ ਨੇ। The Sikhs continued the struggle. ਸਿੱਖਾਂ ਨੇ ਲੜਾਈ ਜਾਰੀ ਰੱਖੀ for several months. ਬਹੁਤ ਮਹੀਨੇ the fight went on. ਲੜਾਈ ਜਾਰੀ ਰਹੀ, ਕਈ ਮਹੀਨੇ ਲੜਾਈ ਜਾਰੀ ਰਹੀ। They ran short of provisions and had to face starvation. ਕਹਿੰਦੇ ਉਹਨਾਂ ਦੀ ਰਸਦ ਘਟ ਗਈ, ਖਾਣ ਪੀਣ ਦਾ ਸਮਾਨ, ਪ੍ਰੋਵੀਜ਼ਨ ਦਾ ਮਤਲਬ ਖਾਣ ਪੀਣ ਦਾ ਸਮਾਨ ਥੋੜਾ ਪੈ ਗਿਆ ਅਤੇ ਉਹਨਾਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪਿਆ। ਸਟਾਰਵੇਸ਼ਨ ਦਾ ਮਤਲਬ ਕੀ ਹੁੰਦਾ ਹੈ, ਭੁੱਖਮਰੀ। ਬਟ देयर ਸਪਿਰਿਟ ਰਿਮੇਨ ਅਨਡਾਉਂਟਡ, ਪਰ ਉਹਨਾਂ ਦੀ ਜਿਹੜੀ ਭਾਵਨਾ ਸੀਗੀ ਉਹ ਨਹੀਂ ਹਿੱਲੀ, ਉਹ ਨਹੀਂ ਡਗਮਗਾਈ। ਅਨਡਾਉਂਟਡ ਦਾ ਮਤਲਬ ਜਿਹੜੀ ਚੀਜ਼ ਨਾ ਡਗਮਗਾਵੇ, ਜਿਹੜੀ ਚੀਜ਼ ਨਾ ਹਿੱਲੇ, ਸ਼ੇਕ ਨਾ ਕਰੇ, ਉਹਨਾਂ ਦੀ ਭਾਵਨਾ ਉਵੇਂ ਕਾਇਮ ਰਹੀ, ਮਜ਼ਬੂਤ ਰਹੀ। As the siege persisted, siege ਦਾ ਮਤਲਬ ਘੇਰਾ ਜਾਰੀ ਰਿਹਾ, the position of those in the fort worsened and some Sikhs suggested evacuation of the fort.
ਘੇਰੇ ਦੀ ਜਿਹੜੀ ਪੋਜੀਸ਼ਨ ਸੀ ਹੋਰ ਖਰਾਬ ਹੋ ਗਈ ਕਿਉਂਕਿ ਅੰਦਰ ਰਸਦ ਦੀ ਕਮੀ ਹੋ ਗਈ ਨਾ, ਖਾਣ ਪੀਣ ਦੇ ਸਮਾਨ ਦੀ ਕਮੀ ਹੋ ਗਈ। ਅਤੇ ਕੁਝ ਸਿੱਖਾਂ ਨੇ ਸਲਾਹ ਦਿੱਤੀ, ਸੁਜੈਸਟ ਦਾ ਮਤਲਬ ਸਲਾਹ ਦਿੱਤੀ ਕਿ ਆਪਾਂ ਜਿਹੜਾ ਕਿਲਾ ਹੈ ਉਸ ਨੂੰ ਇਵੈਕੂਏਟ ਕਰ ਦਈਏ। ਇਵੈਕੂਏਟ ਦਾ ਮਤਲਬ ਖਾਲੀ ਕਰਨਾ, ਇਹਨੂੰ ਖਾਲੀ ਕਰ। ਗੁਰੂ ਗੋਬਿੰਦ ਸਿੰਘ ਰਿਜੈਕਟਡ ਦਾ ਸੁਜੈਸ਼ਨ, ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸਲਾਹ ਨਾ ਮੰਨੀ। A few Sikhs wavered in their faith and insisted on leaving immediately. ਤਾਂ ਕੁਝ ਸਿੱਖਾਂ ਦਾ ਵਿਸ਼ਵਾਸ ਡਗਮਗਾ ਗਿਆ। ਵੇਵਰ ਦਾ ਮਤਲਬ ਹੁੰਦਾ ਜੀ ਡਗਮਗਾਉਣਾ। ਅਤੇ ਉਹਨਾਂ ਨੇ ਜ਼ਿੱਦ ਫੜ ਲਈ ਉੱਥੋਂ ਇੱਕਦਮ ਜਾਣ ਦੀ। ਇਨਸਿਸਟ ਦਾ ਮਤਲਬ ਜ਼ਿੱਦ ਪਕੜਨਾ, ਜ਼ਿੱਦ ਕਰਨਾ। ਉਹਨਾਂ ਨੇ ਜ਼ਿੱਦ ਫੜ ਲਈ ਕਿ ਆਪਾਂ ਇੱਥੋਂ ਹੁਣ ਜਾਣਾ ਹੀ ਜਾਣਾ। The Guru told them that they could go away only after disowning him. ਤਾਂ ਗੁਰੂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਾ ਸਕਦੇ ਹੋ, ਤੁਹਾਨੂੰ ਡਿਸਓਨ ਕਰਨਾ ਪਊਗਾ, ਮਤਲਬ ਕਿ ਤੁਹਾਨੂੰ ਮੈਨੂੰ ਛੱਡਣਾ ਪਊਗਾ। 46 of Majha wrote disclaimer and deserted him. 40 ਸਿੱਖ ਮਾਝੇ ਦੇ ਇਲਾਕੇ ਦੇ 40 ਸਿੱਖਾਂ ਨੇ ਲਿਖਿਆ, ਬੇਦਾਵਾ ਲਿਖਿਆ ਹੈ ਨਾ, ਡਿਸਕਲੇਮਰ ਲਿਖਿਆ ਅਤੇ ਗੁਰੂ ਜੀ ਨੂੰ ਛੱਡ ਕੇ ਚਲੇ ਗਏ। ਤਾਂ 40 ਸਿੱਖ ਮਾਝੇ ਦੇ ਡਿਸਕਲੇਮਰ ਲਿਖ ਕੇ ਉਹਨਾਂ ਨੂੰ ਛੱਡ ਕੇ ਚਲੇ। ਡਿਸਕਲੇਮਰ ਦਾ ਮਤਲਬ ਹੁੰਦਾ ਹੈ ਬੇਦਾਵਾ।